ਬਾਲਕ ਲੀਲਾ ਵਿੱਚ ਵਿਹਾਵੇ। ਕਹਿੰਦੇ ਪਹਿਲਾ ਸਾਲ ਜਿਹੜਾ ਹੁੰਦਾ 10 ਸਾਲ ਹੁੰਦੇ ਨੇ ਬਚਪਨ ਦੇ, ਉਹ ਕੀ ਹੁੰਦੇ ਨੇ? ਸੁੱਧ ਨਾ ਹੋਵੇ ਬਾਲ ਬੁੱਧ, ਬੱਚੇ ਨੂੰ ਕੋਈ ਸੁੱਧ ਨਹੀਂ। ਹੁਣ ਜਿਸ ਤਰ੍ਹਾਂ ਦੀ ਉਹਦੀ ਮੱਤ ਰੱਖੀ ਗਈ, ਜਿਸ ਤਰ੍ਹਾਂ ਦੀ ਮਾਂ ਨੇ ਉਹਦੇ ਦਿਮਾਗ ਵਿੱਚ ਸੰਸਾਰ ਦੀਆਂ ਗੱਲਾਂ ਦਾ ਗਿਆਨ ਕਰਾ ਦਿੱਤਾ, ਪਰਮਾਤਮਾ ਦੀਆਂ ਗੱਲਾਂ ਦਾ ਗਿਆਨ ਕਰਾ ਦਿੱਤਾ, ਪਰਿਵਾਰ ਦੇ ਜੀਆਂ ਦਾ ਗਿਆਨ ਕਰਾ ਦਿੱਤਾ, ਉਹਨੂੰ ਉਹੀ ਸੁੱਧ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਭਾਈ ਸਾਹਿਬ ਕਹਿੰਦੇ ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ। ਹੁਣ ਬਾਲਕ ਕੀ ਕਰਦਾ? ਖੇਡਾਂ ਖੇਡਦਾ ਹੈ। ਉਹਦੀ ਪਹਿਲੀ ਅਵਸਥਾ, ਪਹਿਲੀ ਸਰੀਰ ਦੀ ਆਯੂ ਜਿਹੜੀ ਹੈ, ਕਿਉਂਕਿ ਉਹਨੂੰ ਖੇਡ ਪਿਆਰੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਚੌਥੇ ਪਿਆਰ ਉਪੰਨੀ ਖੇਡ। ਕਹਿੰਦੇ ਜਦੋਂ ਚੌਥੀ ਅਵਸਥਾ ਬਣਦੀ ਹੈ ਨਾ, ਸਾਡੇ ਸਰੀਰ ਦੀ ਪਹਿਲੀ ਹਾਲਤ ਮਾਂ ਦੇ ਅਸਥਨਾਂ ਨਾਲ ਚੱਲਦੀ ਹੈ। ਫਿਰ ਜਿਹੜਾ ਸਾਡੀ ਦੂਜੀ ਸਰੀਰ ਦੀ ਅਵਸਥਾ ਹੈ, ਉਹ ਮਾਂ ਪਿਓ ਦੀ ਸੁੱਧ ਵਿੱਚ ਲੰਘਦੀ ਹੈ। ਫਿਰ ਮਾਂ ਪਿਓ ਦਾ ਗਿਆਨ ਆਉਂਦਾ, ਨਹੀਂ ਤੇ ਬੱਚੇ ਨੂੰ ਤੇ ਪਤਾ ਹੀ ਨਹੀਂ ਮੇਰੀ ਮਾਂ ਕਿਹੜੀ ਹੈ, ਮੇਰਾ ਪਿਤਾ ਕਿਹੜਾ ਹੈ, ਉਹਨੂੰ ਕੋਈ ਗਿਆਨ ਨਹੀਂ। ਚਲੋ ਇੱਥੇ ਤੇ ਆ ਕੇ ਅਸੀਂ ਸਮਝ ਲਿਆ, ਆ ਮੇਰੀ ਮਾਂ ਹੈ, ਆ ਪਿਤਾ ਹੈ, ਇਸ ਗੁਰੂ ਨੂੰ ਮੰਨਣਾ, ਇਸ ਪੀਰ ਨੂੰ ਮੰਨਣਾ, ਇਸ ਭਗਤ ਦੀ ਪੂਜਾ ਕਰਨੀ ਹੈ, ਇਸ ਜਾਤੀ ਦਾ ਹਾਂ, ਇਸ ਬਰਾਦਰੀ ਦਾ ਹਾਂ। ਇੱਥੇ ਆ ਕੇ ਪਤਾ ਲੱਗਾ ਨਾ, ਪਰ ਪਤਾ ਲੱਗਾ ਕਦੋਂ? ਜਦੋਂ ਬੱਚੇ ਦੇ ਦਿਮਾਗ ਵਿੱਚ ਇਹ ਬੁੱਧੀ ਪਾਉਣੀ ਸ਼ੁਰੂ ਕਰ ਦਿੱਤੀ, ਪਹਿਲੀ ਅਵਸਥਾ ਲੰਘ ਗਈ। ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ। ਖੇਡਾਂ ਖੇਡਦਿਆਂ ਉਹ ਸਮਾਂ ਜਿਹੜਾ ਸੀ ਉਹ ਲੰਘਦਾ ਗਿਆ। ਹੁਣ ਚੌਥੇ ਪਿਆਰ ਉਪੰਨੀ ਖੇਡ। ਪਹਿਲੀ ਅਵਸਥਾ ਮਾਂ ਦੇ ਅਸਥਨਾਂ ਨਾਲ, ਦੂਜੀ ਅਵਸਥਾ ਮਾਂ ਪਿਓ ਦੀ ਸੁੱਧ ਆਉਣੀ, ਤੇ ਤੀਜਾ ਪੈਰ ਜਿਹੜਾ ਤੀਜੀ ਅਵਸਥਾ ਹੈ, ਉਹ ਭੈਣ ਭਰਾਵਾਂ ਦਾ ਗਿਆਨ ਆਉਣਾ। ਫਿਰ ਅਸੀਂ ਦੱਸੀ ਦਿਆ ਤੇਰੀ ਭੈਣ ਹੈ, ਆ ਭਰਾ ਹੈ। ਤੇ ਜਦੋਂ ਚੌਥਾ ਪੈਰ ਚੱਲਦਾ ਫਿਰ ਖੇਡ ਚੰਗੀ ਲੱਗਦੀ ਹੈ। ਜਦੋਂ ਪੰਜਵਾਂ ਪੈਰ ਸ਼ੁਰੂ ਹੋ ਜਾਂਦਾ ਫਿਰ ਖਾਣ ਪੀਣ ਵਿੱਚ ਮਸਤ ਹੋ ਜਾਈਦਾ। ਜਦੋਂ ਪੰਜਵਾਂ ਚੱਲਦਾ ਨਾ, ਫਿਰ ਜ਼ਿਆਦਾਤਰ ਬੰਦੇ ਨੂੰ ਖਾਣ ਦੀ ਸੋਝੀ ਹੈ, ਹਰ ਸਮੇਂ ਖਾਂਦਾ ਹੀ ਰਵਾਂ, ਖਾਂਦਾ ਹੀ ਰਵਾਂ। ਸਤਿਗੁਰੂ ਜੀ ਦੇ ਬਚਨ ਹੈ ਨਾ, ਕਹਿੰਦੇ ਪਹਿਲੀ ਅਵਸਥਾ ਤੋਂ ਲੈ ਕੇ ਤੇ ਬਿਰਧ ਦੀ ਅਵਸਥਾ ਤੱਕ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭਿਆ। ਮਹਾਰਾਜ ਜੀ ਕਹਿੰਦੇ ਉਹ ਖਾਣ ਦੀ ਸੋਝੀ ਰਹਿ ਗਈ, ਜਾਂ ਫਿਰ ਤਨ ਨੂੰ ਸ਼ਿੰਗਾਰਨ ਤੇ ਤਨ ਤੇ ਸੋਹਣੇ ਬਸਤਰ ਪਾਉਣ ਦੀ ਸੋਝੀ ਰਹਿ ਗਈ। ਬਾਬਾ ਕਬੀਰ ਸਾਹਿਬ ਕਹਿੰਦੇ ਉਹ ਜਿੰਦੜੀਏ, ਜਿੰਨਾ ਸਮਾਂ ਤੂੰ ਤਨ ਨੂੰ ਸ਼ਿੰਗਾਰਨ ਲੱਗਿਆ ਲਾਇਆ, ਕਿਤੇ ਇਤਨਾ ਸਮਾਂ ਨਾਮ ਜਪਦੀ ਤੇ ਤੇਰੇ ਮਨ ਨੇ ਸ਼ਿੰਗਾਰਿਆ ਜਾਣਾ। ਇੱਥੇ ਇਸਤਰੀਆਂ ਦਾ ਜ਼ਿਕਰ ਕੀਤਾ, ਬੀਬੀਆਂ ਨੂੰ ਸੁਚੇਤ ਕੀਤਾ। ਕਹਿੰਦੇ ਵੇਦ ਪੜ ਪੜ ਪੰਡਤ ਮੂਏ, ਰੂਪ ਦੇਖ ਦੇਖ ਨਾਰੀ। ਕਹਿੰਦੇ ਵੇਦ ਪੜ ਤੇ ਲਏ ਪਰ ਗਿਆਨ ਹਾਸਲ ਨਾ ਕੀਤਾ। ਕਹਿੰਦੇ ਇਸਤਰੀ ਤੂੰ ਜਿੰਨਾ ਸਮਾਂ ਤਨ ਨੂੰ ਸ਼ਿੰਗਾਰਦੀ ਰਹਿ ਗਈ, ਕਿਤੇ ਇਤਨਾ ਸਮਾਂ ਰੱਬ ਦੇ ਨਾਮ ਵੱਲ ਜੁੜ ਜਾਂਦੀ, ਪਰਮਾਤਮਾ ਦਾ ਗੁਣ ਗਾਇਨ ਕਰਦੀ, ਤੇ ਤੇਰੀ ਆਤਮਾ ਨੇ ਸ਼ਿੰਗਾਰਿਆ ਜਾਣਾ। ਪੰਜਵੇਂ ਜਦੋਂ ਅਵਸਥਾ ਬਣਦੀ ਫਿਰ ਖਾਣ ਦੀ ਸੋਝੀ ਆਉਣ ਲੱਗ ਪੈਂਦੀ। ਫਿਰ ਸਤਿਗੁਰੂ ਜੀ ਦੇ ਬਚਨ ਹੈ ਨਾ, ਕਹਿੰਦੇ ਮਨੁੱਖ ਨੂੰ ਫਿਰ ਖਾਣ ਪੀਣ ਚੰਗਾ ਲੱਗਦਾ ਹੈ। ਖਾਣਾ ਪੀਣਾ, ਹੱਸਣਾ ਸੌਣਾ। ਖਾਣਾ ਵੀ ਚੰਗਾ ਲੱਗਦਾ ਹੈ, ਪੀਣਾ ਵੀ ਚੰਗਾ ਲੱਗਦਾ ਹੈ, ਕਿਉਂਕਿ ਭੋਜਨ ਪ੍ਰਤੀ ਜਾਗ ਗਏ, ਭਜਨ ਪ੍ਰਤੀ ਸੌਂ ਗਏ। ਭੋਜਨ ਦੀ ਸੋਝੀ ਆ ਗਈ ਨਾ, ਸਵੇਰ ਦਾ ਟਾਈਮ ਹੈ, ਪ੍ਰਸ਼ਾਦਾ ਛਕਣਾ ਹੈ, ਦੁਪਹਿਰ ਹੋ ਗਈ ਹੈ, ਲੰਗਰ ਛਕਣਾ ਹੈ, ਸ਼ਾਮ ਪੈ ਗਈ ਹੈ, ਪ੍ਰਸ਼ਾਦਾ ਛਕਣਾ। ਕਿੰਨੀ ਖਿੱਚ ਹੁੰਦੀ ਹੈ। ਜਿਹੜੇ ਸਵੇਰੇ ਸਵੇਰੇ ਚਾਹ ਪੀਂਦੇ ਨੇ, ਉਹਨਾਂ ਦੀ ਰੂਟੀਨ ਕੀ ਹੈ? ਉਹਨਾਂ ਨੂੰ ਰਾਮ ਚੇਤੇ ਆਵੇ ਭਾਵੇਂ ਨਾ ਆਵੇ, ਉੱਠਦਿਆਂ ਅੱਲਾ ਚੇਤੇ ਆਵੇ, ਵਾਹਿਗੁਰੂ ਚੇਤੇ ਆਵੇ ਭਾਵੇਂ ਨਾ ਆਵੇ, ਉਹਨਾਂ ਨੂੰ ਚਾਹ ਜ਼ਰੂਰ ਚੇਤੇ ਆਉਂਦੀ, ਕਿਉਂਕਿ ਖਾਣਾ ਚੇਤੇ ਰਹਿ ਗਿਆ। ਸਾਡੀ ਸੁਚੇਤਤਾ ਹੈ, ਭਾਵੇਂ ਇਹਦਾ ਜਿਹੜਾ ਸਾਡਾ ਦਿਮਾਗ ਹੈ ਨਾ, ਇਹਦਾ ਭਾਰ ਕੇਵਲ 25 ਗ੍ਰਾਮ 25 ਗ੍ਰਾਮ ਹੈ। ਜਿਹੜਾ ਸਾਡਾ ਦਿਮਾਗ ਹੈ ਨਾ, ਜਿੱਥੇ ਸੋਚਾਂ ਸੋਚ ਰਿਹਾ,
ਇਹਦਾ ਭਾਰ ਕੇਵਲ 25 ਗ੍ਰਾਮ ਹੈ। ਪਰ ਕਮਾਲ ਦੀ ਗੱਲ ਹੈ, ਪਤਾ ਨਹੀਂ ਸਾਰੀ ਸੰਸਾਰ ਦਾ ਭਾਰ ਚੁੱਕ ਕੇ ਬੈਠਾ ਹੋਇਆ। ਆਪਣਾ ਭਾਰ ਇਹਦਾ ਕੇਵਲ ਇੰਨਾ ਵੈ, ਜਗਤ ਦਾ ਭਾਰ ਇਹ ਚੁੱਕ ਕੇ ਬੈਠਾ ਹੈ। ਸੁਚੇਤ ਹੋ ਗਿਆ ਭੋਜਨ ਪ੍ਰਤੀ, ਪਰਮਾਤਮਾ ਦੇ ਭਜਨ ਪ੍ਰਤੀ ਟੋਟਲੀ ਸੌਂ ਗਿਆ। ਸਵੇਰ ਹੋ ਗਈ, ਇਹ ਚੇਤਾ ਰਹਿ ਗਿਆ ਕਿ ਮੈਂ ਭੋਜਨ ਛਕਣਾ ਹੈ। ਸਵੇਰ ਹੋ ਗਈ, ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਪਰਮਾਤਮਾ ਦੀ ਬਾਣੀ ਨੂੰ ਪੜ੍ਹਨਾ ਹੈ, ਪਰਮਾਤਮਾ ਦੇ ਨਾਮ ਨੂੰ ਯਾਦ ਕਰਨਾ ਹੈ। ਮੈਂ ਆਪਣੇ ਸਾਧਨ, ਆਪਣੇ ਤਨ ਨੂੰ ਆਪਣੇ ਇਸ਼ਟ ਦੇ ਘਰ ਖੜਨਾ, ਚੇਤਾ ਹੀ ਭੁੱਲ ਗਿਆ। ਸ਼ਾਮ ਪੈ ਗਈ, ਚੇਤਾ ਰਹਿ ਗਿਆ ਕਿ ਮੈਂ ਭੋਜਨ ਛਕਣਾ ਹੈ। ਇਹ ਤੇ ਚੇਤਾ ਹੀ ਭੁੱਲ ਗਿਆ ਕਿ ਸ਼ਾਮ ਪੈ ਗਈ ਹੈ, ਮੈਂ ਰਹਿਰਾਸ ਸਾਹਿਬ ਜੀ ਦਾ ਜਾਪ ਕਰਨਾ, ਮੈਂ ਸੋਹਿਲਾ ਸਾਹਿਬ ਜੀ ਦਾ ਜਾਪ ਕਰਨਾ, ਚੇਤਾ ਭੁੱਲ ਗਿਆ। ਜਾਗਿਆ ਜ਼ਰੂਰ, ਪਰ ਕਿੱਥੇ? ਪੰਜਵੇਂ ਖਾਨ ਪੀਣ ਕੀ ਤਾਰ। ਖਾਨ ਪ੍ਰਤੀ ਜਾਗ ਗਿਆ, ਪਰਮਾਤਮਾ ਦੇ ਭੋਜਨ ਪ੍ਰਤੀ ਟੋਟਲੀ ਸੌਂ ਗਿਆ। ਤਨ ਭੋਜਨ ਤੋਂ ਬਣਦਾ ਹੈ ਤੇ ਆਤਮਾ ਪਰਮਾਤਮਾ ਦੇ ਨਾਮ ਤੋਂ ਚਲਦੀ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਤਨ ਇਹ ਮਿੱਟੀ ਦੀ ਅੰਸ਼ ਹੈ। ਤਨ ਭੋਜਨ ਤੋਂ ਬਣੇਗਾ ਤੇ ਆਤਮਾ ਪਰਮਾਤਮਾ ਦੇ ਨਾਮ ਤੋਂ ਤਿਆਰ ਹੋਏਗੀ। ਆਤਮਾ ਪ੍ਰਾਤਮਾ ਇੱਕੋ ਕਰੇ। ਆਤਮਾ ਪਰਮਾਤਮਾ ਦਾ ਹਿੱਸਾ ਹੈ ਤੇ ਫਿਰ ਆਤਮਾ ਬਹੁਤਾ ਸਮਾਂ ਇਸ ਤਨ ਵਿੱਚ ਸਫ਼ਰ ਨਹੀਂ ਕਰ ਸਕਦੀ। ਕਹਿੰਦੇ ਜਦੋਂ ਫਿਰ 6ਵੇਂ ਤੇ ਆਇਆ ਨਾ, ਫਿਰ ਕਾਮ ਚੇਸ਼ਟਾ ਵਿੱਚ ਲੱਗ ਗਿਆ। ਪਰਾਇਆ ਤਨ ਦੇਖਣ ਲੱਗ ਪਿਆ, ਪਰਾਏ ਸਰੀਰ ਨੂੰ ਦੇਖਣ ਲੱਗ ਪਿਆ। ਫਿਰ ਇਹਦੀ ਅਵਸਥਾ ਇਹ ਬਣ ਗਈ ਨਾ, ਜਦੋਂ 7ਵਾਂ ਪਹਿਰ ਚੱਲਿਆ ਤੇ ਫਿਰ ਘਰ ਬਣਾਉਣ ਲੱਗ ਪਿਆ, ਮਹਿਲ ਮਾੜੀਆਂ ਬਣਾਉਣ ਲੱਗ ਪਿਆ, ਚੰਗੇ ਭਲੇ ਘਰ ਉਹਨਾਂ ਨੂੰ ਢਾ ਕੇ ਫਿਰ ਬਣਾਉਣ ਲੱਗ ਪਿਆ। ਸੋਝੀ ਹੋ ਗਈ ਨਾ, ਪਰ ਇਹ ਤੇ ਸਮਝ ਹੀ ਨਾ ਆਈ ਕਿ ਕੱਚੇ ਮਕਾਨ ਨੂੰ ਪੱਕੇ ਵਿੱਚ ਰੱਖਣਾ ਚਾਹੁੰਦਾ ਸੀ ਤੇ ਜਿਹੜਾ ਪੱਕਾ ਸੀ ਉਹ ਤੇ ਫਿਰ ਉੱਥੇ ਦਾ ਉੱਥੇ ਸੀ। ਜਿਸ ਮਕਾਨ ਨੂੰ ਰੱਖਣ ਵਾਸਤੇ ਇੰਨਾ ਬੰਦੋਬਸਤ ਕੀਤਾ, ਉਹ ਫਿਰ ਇੱਕ ਦਿਨ ਢੇਰੀ ਹੋ ਗਿਆ। ਨਾਨਕ ਢੇਰੀ ਸ਼ਾਰ ਕੀ, ਕਹਿੰਦੇ ਉਹ ਫਿਰ ਮਿੱਟੀ ਹੋ ਗਿਆ। ਹੁਣ ਤਨ ਰੱਖਣ ਵਾਸਤੇ ਕਿੰਨਾ ਇੰਤਜ਼ਾਮ ਹੈ। ਦੇਖੋ, ਤਨ ਦੀ ਸੁਰੱਖਿਆ ਵਾਸਤੇ, ਤਨ ਨੂੰ ਕੋਈ ਮਾਰ ਨਾ ਸਕੇ, ਮਿਟਾ ਨਾ ਸਕੇ, ਕਿੰਨੇ ਬਾਡੀਗਾਰਡ ਸਾਡੇ ਨਾਲ ਨੇ, ਕਿੰਨਾ ਅਰੇਂਜਮੈਂਟ ਹੈ ਕਿ ਸਾਡਾ ਤਨ ਅਸੀਂ ਮਰੀਏ ਨਾ। ਪਰ ਕਮਾਲ ਦੀ ਗੱਲ ਗੁਰੂ ਸਾਹਿਬ ਕਹਿੰਦੇ, ਯਾਦ ਰੱਖੀ, ਜਿਸ ਦਿਨ ਤੇਰੇ ਤਨ ਨੇ ਮਿਟਣਾ, ਫਿਰ ਉਹਨੇ ਵਾਰ ਨਹੀਂ ਦੇਖਣਾ, ਫਿਰ ਉਹਨੇ ਮਹੂਰਤ ਨਹੀਂ ਕੱਢਣਾ, ਫਿਰ ਉਹਨੇ ਥਿੱਤ ਨਹੀਂ ਦੇਖਣੀ। ਜਿਸ ਦਿਨ ਉਹਦੇ ਘਰੋਂ ਆਵਾਜ਼ ਆ ਗਈ, ਫਿਰ ਤੇਰੀ ਆਤਮਾ ਨੂੰ ਚੱਲਣਾ ਹੀ ਪੈਣਾ। ਤੇ ਯਾਦ ਰੱਖੀ, ਫਿਰ ਉਹਨੇ ਪੁੱਛਣਾ ਵੀ ਕਿਸੇ ਨੂੰ ਨਹੀਂ, ਉਹਨੇ ਕਿਸੇ ਦੀ ਸਲਾਹ ਨਹੀਂ ਲੈਣੀ ਹੈ ਕਿ ਤੇਰੇ ਪੁੱਤਰ ਨੂੰ ਪੁੱਛਾਂ, ਕਿ ਤੇਰੀ ਪਤਨੀ ਨੂੰ ਪੁੱਛਾਂ, ਕਿ ਤੇਰੇ ਭਰਾ ਨੂੰ ਪੁੱਛਾਂ, ਕਿ ਤੇਰੇ ਸਾਕ ਸੰਬੰਧੀਆਂ ਨੂੰ ਪੁੱਛਾਂ, ਖੜਾ ਕਿ ਨਾ ਖੜਾ। ਗੁਰੂ ਸਾਹਿਬ ਕਹਿੰਦੇ, ਫਿਰ ਜਿਸ ਦਿਨ ਆਵਾਜ਼ ਆ ਗਈ ਉਸ ਦਿਨ ਕੀ ਹੋਣਾ? ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ, ਫਿਰ ਉਹਨੇ ਬਿਨ ਪੁੱਛਿਆ ਹੀ ਲੈ ਤੁਰਨਾ। ਤੇ ਕਹਿੰਦੇ ਜਦੋਂ ਫਿਰ ਉਹ ਲੈ ਗਿਆ ਤੇ ਫਿਰ ਕਹਿੰਦੇ ਰੋਸ ਕਿਹਦੇ ਨਾਲ ਕਰੇਗਾ, ਗਿਲਾ ਕਿਹਦੇ ਨਾਲ ਕਰੇਗਾ? ਹੁਣ ਸਾਡਾ ਗਿਲਾ ਕਿਹਦੇ ਨਾਲ? ਸਾਡੇ ਭਾਈ ਸਾਹਿਬ ਚਲੇ ਗਏ ਨੇ, ਕਿਹਦੇ ਨਾਲ ਗਿਲਾ ਕਰਾਂਗੇ? ਧੀਆਂ ਪੁੱਤਰਾਂ ਨਾਲ ਗਿਲਾ ਕਰਾਂਗੇ, ਕਿਹਦੇ ਨਾਲ ਗਿਲਾ ਕਰਾਂਗੇ? ਸਤਿਗੁਰੂ ਤੀਸਰੇ ਪਾਤਸ਼ਾਹ ਮਲਾਰ ਰਾਗ ਵਿੱਚ ਕਹਿੰਦੇ, ਜਦੋਂ ਵਸਤੂ ਹੀ ਉਹਦੀ ਹੈ ਤੇ ਫਿਰ ਗਿਲਾ ਵੀ ਕਿਸੇ ਨਾਲ ਨਹੀਂ, ਕਿਉਂਕਿ ਆਪ ਹੀ ਬਣਾਉਂਦਾ ਤੇ ਆਪ ਹੀ ਘੜੀਆਂ ਪਲਾਂ 'ਚ ਢੇਰੀ ਕਰ ਦਿੰਦਾ। ਕਮਾਲ ਦੀ ਗੱਲ ਹੈ, ਬਣਾਉਣ ਲੱਗਿਆਂ 6 ਮਹੀਨੇ ਲਾਉਂਦਾ ਤੇ ਢਾਉਣ ਲੱਗਿਆਂ ਕੇਵਲ 1 ਸੈਕਿੰਡ ਲਾਉਂਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਗੜਿੰਦਿਆਂ 6 ਮਾਹਾਂ, ਤੁਣਦਿਆਂ 1 ਖਿਨੋ। ਕਹਿੰਦੇ ਘੜਨ ਲੱਗਿਆਂ ਪ੍ਰਮਾਤਮਾ ਨੇ 6 ਮਹੀਨੇ ਲਾਏ। 4 ਮਹੀਨੇ ਅੰਦਰ ਸਾਡਾ ਵੇਵ ਤਿਆਰ ਹੁੰਦਾ, ਸਰੀਰ ਦਾ ਰੂਪ ਤਿਆਰ ਹੁੰਦਾ ਹੈ। ਆ ਜਿਹੜੀਆਂ ਸਾਡੀਆਂ ਹੱਥ ਦੀਆਂ ਲਕੀਰਾਂ ਨਾ, ਸਾਡੀਆਂ ਉਂਗਲਾਂ ਦੇ ਅੰਗੇ, ਜਿਹਨੂੰ ਅਸੀਂ ਫਿੰਗਰ ਪ੍ਰਿੰਟ ਆਖਦੇ ਆ, ਇਹ ਪ੍ਰਮਾਤਮਾ 4 ਮਹੀਨੇ 'ਚ ਤਿਆਰ ਕਰਦਾ ਹੈ। ਉਸ ਨਿਜ਼ਾਮ ਹਸਤੀ ਤੋਂ ਵਾਰੇ ਜਾਇਓ, ਪ੍ਰਮਾਤਮਾ ਤੋਂ ਵਾਰੇ ਜਾਇਓ, ਸਦਕੇ ਜਾਇਓ, ਉਹਦਾ ਧੰਨਵਾਦ ਕਰਿਆ ਕਰੋ ਕਿ ਤੂੰ ਸਾਨੂੰ ਆ ਮਨੁੱਖਾ ਜਨਮ ਦਿੱਤਾ। 4 ਮਹੀਨਿਆਂ 'ਚ ਵੇਵ ਤਿਆਰ ਕੀਤਾ। ਕਮਾਲ ਦੀ ਗੱਲ ਹੈ। ਦੇਖੋ, ਨਿਰੰਕਾਰ ਨਿਜ਼ਾਮ ਹਸਤੀ ਬਾ ਕਮਾਲ ਹਸਤੀ ਹੈ। ਫਿਰ ਸਾਡੇ ਸਰੀਰ ਦਾ ਬਿੰਦ ਤੇ ਜਿਹੜਾ ਰਕਤ ਹੈ, ਸਾਡੇ ਸਰੀਰ ਦੀ ਜਿਹੜੀ ਪਦਾਇਸ਼ ਹੈ, ਉਹ ਸੰਸਾਰ ਦੇ ਕਿਸੇ ਇਸਤਰੀ ਮਰਦ ਨਾਲ ਮੇਲ ਨਹੀਂ ਖਾਂਦੀ। ਸਰੀਰ ਨੂੰ ਭਾਵੇਂ ਸਾੜ ਦਿਓ, ਭਾਵੇਂ ਗਾਲ ਦਿਓ, ਭਾਵੇਂ ਇਹਦੇ ਟੁਕੜੇ ਕਰ ਦਿਓ,
ਸਾਡੀ ਸਵਾਹ ਤੋਂ ਵੀ ਪਤਾ ਲੱਗ ਜਾਏਗਾ ਕਿ ਅਸੀਂ ਕਿਸ ਮਾਂ ਪਿਓ ਤੋਂ ਜਣੇ ਹੋਏ ਆ। ਇਹ ਪ੍ਰਮਾਤਮਾ ਜਿਹਨੂੰ ਤੁਸੀਂ DNA ਟੈਸਟ ਆਖਦੇ, ਇਹ 4 ਮਹੀਨਿਆਂ 'ਚ ਸਾਡਾ ਇਹ ਤਿਆਰ ਹੁੰਦਾ, ਸਾਡਾ ਮਾਸ ਦਾ ਇਹ ਲੁੱਥੜਾ ਤਿਆਰ ਹੁੰਦਾ, ਵੇਬ ਦੇ ਰੂਪ ਵਿੱਚ ਤਿਆਰ ਹੁੰਦਾ, ਤੇ 6 ਮਹੀਨੇ ਲਾ ਕੇ ਉਹ 206 ਹੱਡੀਆਂ ਦਾ ਪੂਰਾ ਹੀ ਪੁਤਲਾ ਤਿਆਰ ਕਰ ਦਿੰਦਾ ਹੈ। 206 ਹੱਡੀਆਂ ਸਾਡੇ ਸਰੀਰ ਅੰਦਰ ਨੇ, ਤੇ ਸਾਡੇ ਸਰੀਰ ਦਾ ਸਭ ਤੋਂ ਮੇਨ ਅੰਗ ਹੈ ਸਾਡਾ ਦਿਮਾਗ, ਅਖਰੋਟ ਦੀ ਸ਼ਕਲ ਵਾਲਾ। ਕਮਾਲ ਦੀ ਗੱਲ ਹੈ, ਦੇਖੋ ਪ੍ਰਮਾਤਮਾ ਨੇ ਕਿਤੇ ਇੰਨੀਆਂ ਹੱਡੀਆਂ ਨਹੀਂ ਲਾਈਆਂ, ਸਭ ਤੋਂ ਜ਼ਿਆਦਾ ਹੱਡੀਆਂ ਕਿੱਥੇ ਲਾਈਆਂ? ਦਿਮਾਗ ਵਿੱਚ। ਤੇ ਦਿਮਾਗ 'ਚ ਕਿੰਨੀਆਂ ਹੱਡੀਆਂ ਨੇ? 33 ਹੱਡੀਆਂ। ਪ੍ਰਮਾਤਮਾ ਹੀ ਹੈ ਨਾ। ਤੇ ਇੱਕ ਨਿੱਕੀ ਜੀ ਕਿਤੇ ਕੋਈ ਸਰੀਰਕ ਨਾੜੀ ਵੀ ਪਾਉਣੀ ਪਏ, ਡਾਕਟਰ ਲੱਖਾਂ ਰੁਪਈਆ ਮੰਗਦੇ। ਇੱਕ ਵਾਰੀ ਤੇ ਉਹਦਾ ਧੰਨਵਾਦ ਬਣਦਾ ਹੀ ਹੈ, ਤੇਰਾ ਸ਼ੁਕਰਾਨਾ ਤੇ ਬਣਦਾ ਹੀ ਹੈ ਨਾ, ਕਿ ਪ੍ਰਮਾਤਮਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ। ਤੇ ਤੂੰ ਜਨਮ ਦਿੱਤਾ ਸਰੀਰ ਦਾ, ਤੇ ਫਿਰ ਮਾਣ ਕਾਹਦਾ ਕਰਨਾ ਹੈ? ਗੜਿੰਦਿਆਂ 6 ਮਾਹ, ਘੜਨ ਲੱਗਿਆਂ ਤੈਨੂੰ 6 ਮਹੀਨੇ ਲਾਏ ਨੇ, ਤੁੜਨਦਿਆਂ ਇੱਕ ਛਿਨੋ। ਕਹਿੰਦੇ ਮੈਂ ਬਣਾਉਣ ਲੱਗਿਆਂ ਸਮਾਂ ਲਾਇਆ, ਯਾਦ ਰੱਖੀ ਮੈਂ ਢਾਉਣ ਲੱਗਿਆਂ ਕੇਵਲ 1 ਸੈਕਿੰਡ ਲਾਉਣਾ। ਅੰਸ਼ ਰੱਖੀ ਤੇ ਬੋਲੇਗਾ, ਜੇ ਮੈਂ ਤੇਰੇ ਵਿੱਚ ਜੋਤ ਹੀ ਨਾ ਰੱਖੀ ਤੇ ਤੂੰ ਕਦੀ ਵੀ ਨਹੀਂ ਬੋਲ ਸਕਦਾ। ਮਾਂ ਜਨਮ ਦੇ ਸਕਦੀ ਹੈ, ਪਰ ਯਾਦ ਰੱਖਿਓ ਮਾਂ ਬੱਚੇ 'ਚ ਸਵਾਸ ਨਹੀਂ ਪਾ ਸਕਦੀ। ਮਾਂ ਕੇਵਲ ਇੱਕ ਕਿਰਿਆ ਸਾਧਨ ਹੈ, ਬੱਚੇ ਦੀ ਜਨਨੀ ਹੈ, ਬੱਚੇ ਨੂੰ ਜਨਮ ਦੇਵੇਗੀ, ਪਰ ਉਹ ਸਰੀਰ ਦਾ ਚੱਲਣਾ, ਉਸ ਸਰੀਰ ਦੇ ਸਵਾਸ ਅੰਦਰ ਟਿਕਣੇ, ਉਹ ਕੇਵਲ ਪਰਮਾਤਮਾ ਦੇ ਕੋਲ ਹੈ। ਤੇ ਜਦੋਂ ਫਿਰ ਸਾਡੀ ਇਹ ਅਵਸਥਾ ਬਣ ਗਈ, 7ਵੇਂ ਤੇ ਚਲੇ ਗਏ, ਫਿਰ ਸਾਨੂੰ ਮੈਲ ਮਾੜੀਆਂ ਨਾਲ ਪਿਆਰ ਪੈ ਗਿਆ। ਤੇ ਜਦੋਂ 8ਵੇਂ ਤੇ ਚਲੇ ਗਏ, ਫਿਰ ਸਾਡੇ ਅੰਦਰ ਗੁੱਸਾ ਬੜਾ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਬਜ਼ੁਰਗ ਅਵਸਥਾ ਵਿੱਚ ਗੁੱਸਾ ਬਹੁਤ ਜ਼ਿਆਦਾ ਹੈ। ਤੇ ਜਦੋਂ 9ਵੀਂ ਅਵਸਥਾ ਬਣੀ, ਤੇ ਫਿਰ ਸਾਡੇ ਕੇਸ ਜਿਹੜੇ ਸੀ ਉਹ ਚਿੱਟੇ ਹੋਣੇ ਸ਼ੁਰੂ ਹੋ ਗਏ। ਤੇ ਜਦੋਂ 10ਵੇਂ ਤੇ ਆ ਗਏ, 10ਵਾਂ ਪੈਰ ਲੱਗ ਗਿਆ, ਫਿਰ ਉਸ ਦਿਨ ਕੀ ਹੋਇਆ? ਫਿਰ ਸੜ ਕੇ ਸੁਆਹ ਹੋ ਗਏ। ਨਾਨਕ ਢੇਰੀ ਛਾਰ ਕੀ। ਕਹਿੰਦੇ ਉਹ ਪ੍ਰਮਾਤਮਾ ਮਿੱਟੀ ਤੋਂ ਬਣਾ ਕੇ ਮਿੱਟੀ ਵਿੱਚ ਲੈ ਤੁਰਦਾ। ਹੁਣ ਅਵਸਥਾ ਗਿਣਿਓ, ਗੁਰੂ ਸਾਹਿਬ ਨੇ ਅਵਸਥਾ ਰੱਖੀਆਂ। ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਜਈਆ ਲੱਗਾ। ਇਹ ਥੋੜਾ ਧਿਆਨਯੋਗ ਸ਼ਬਦ ਰੱਖਣਾ। ਤੁਸੀਂ ਇੱਕ ਮੈਂ ਰਿਕਾਰਡਿੰਗ 'ਚ ਕੋਈ 38 ਆਵਾਜ਼ਾਂ ਜਈਏ ਦੀਆਂ ਦੱਸੀਆਂ ਨੇ, ਉਹ ਤੁਸੀਂ ਦੇਖਿਓ ਜਈਏ ਦੀ ਕਿੱਥੇ ਕਿੱਥੇ ਆਵਾਜ਼ ਦੇਣੀ ਹੈ। ਬਿਹਾਰੀ ਲੱਗੀ, ਸਿਆਰੀ ਲੱਗੀ, ਦਲੌਂਕੜ ਲੱਗੀ, ਔਂਕੜ ਲੱਗੀ ਹੈ। ਜਈਏ ਨੂੰ ਕਿੱਦਾਂ ਉਚਾਰਨ ਕਰਨਾ। ਮਹਾਰਾਜ ਕਹਿੰਦੇ ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, 5ਵੇਂ ਖਾਨ ਪੀਨ ਕੀ ਧਾਤ, 6ਵੇਂ ਕਾਮ ਨਾ ਪੁੱਛਿਆ ਜਾਤ, 7ਵੇਂ ਸੰਜ ਕੀਆ ਕਰਵਾਸ, 8ਵੇਂ ਕ੍ਰੋਧ ਹੋਆ ਤਨ ਨਾਸ, 9ਵੇਂ ਧੌਲੇ ਉੱਬੇ ਸਾਹ, 10ਵੇਂ ਦੱਦਾ ਹੋਆ ਸੁਵਾਹ। ਨਾਨਕ ਢੇਰੀ ਛਾਰ ਕੀ। ਕਹਿੰਦੇ ਪਹਿਲੀ ਅਵਸਥਾ ਸਾਡੀ ਲੰਘ ਗਈ, ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ, ਭਰ ਜੋਬਨ ਪਰਮਾਈਐ, ਪਰ ਤਨ ਤਨ ਪਰ ਨਿੰਦ ਲੁਭਾਵੇ। ਕਹਿੰਦੇ ਬਿਰਧ ਹੋਵਾ ਜੰਜਾਲ ਵਿੱਚ, ਮਹਾਜਾਲ ਪਰਿਵਾਰ ਭਵਾਵੇ, ਫਿਰ ਅੰਨਾ ਬੋਲਾ ਪਿੰਗਲਾ, ਤਨ ਥੱਕਾ ਮਨ ਦਹਿ ਦਿਸਤਾਵੇ। ਭਾਈ ਸਾਹਿਬ ਕਹਿੰਦੇ ਪਹਿਲੀ ਅਵਸਥਾ ਲੰਘ ਗਈ ਏਦਾਂ, ਦੂਜੀ ਅਵਸਥਾ ਲੰਘ ਗਈ ਤਨ ਨੂੰ ਸ਼ਿੰਗਾਰਦਿਆਂ ਜਾਂ ਨਿੰਦਾ ਸੁਣਦਿਆਂ, ਤੀਜੀ ਅਵਸਥਾ ਆ ਗਈ ਤੇ ਵੈਸੇ ਬਜ਼ੁਰਗ ਹੋ ਗਏ। ਸਾਰੀ ਜ਼ਿੰਦਗੀ ਬੰਦਾ ਇਹੋ ਸੋਚਾਂ ਸੋਚਦਾ ਰਹਿੰਦਾ ਕਿ ਬਸ ਤੀਸਰੀ ਅਵਸਥਾ ਤੋਂ ਬਾਅਦ, ਤੀਸਰੀ ਅਵਸਥਾ ਤੇ ਹੁਣ ਅਸੀਂ ਨਾ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਣਾ। ਬਜ਼ੁਰਗ ਇਹ ਗੱਲ ਮੰਨ ਲੈਂਦੇ ਨੇ ਕਦੋਂ? ਜਦੋਂ ਜਵਾਨੀ ਦੀ ਅਵਸਥਾ ਵਿੱਚ ਹੁੰਦੇ ਕਿ ਹੁਣ ਨਾਮ ਜਪਾਂਗੇ, ਬਸ ਪੁੱਤਰ ਵਿਆਹ ਲਏ, ਪੋਤਰੇ ਵਿਆਹ ਲਏ, ਹੁਣ ਕੋਈ ਗੱਲ ਨਹੀਂ। ਭਾਈ ਸਾਹਿਬ ਕਹਿੰਦੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵਾਹ ਉਹ ਸਰੀਰਾ, ਵਾਹ ਉਹ ਆਤਮਾ, ਤੂੰ ਤੇ ਇਹ ਗੱਲ ਆਖਦੀ ਸੀ ਹੁਣ ਜਵਾਨੀ ਚਲੀ ਜਾਣੀ ਹੈ, ਬੱਚੇ ਵਿਆਹ ਲਏ ਨੇ, ਧੀਆਂ ਵਿਆਹ ਲੀਆਂ ਨੇ, ਹੁਣ ਤੇ ਨਾਮ ਦੀ ਵਾਰੀ ਹੈ। ਕਹਿੰਦੇ ਇਹ ਨਹੀਂ ਪਤਾ ਕਿ ਹੁਣ ਤੂੰ ਮਹਾਜਾਲ ਵਿੱਚ ਫਸ ਜਾਣਾ। ਹੁਣ ਤੇ ਪੋਤਰਿਆਂ ਦਾ ਫਿਕਰ, ਦੋਤਰਿਆਂ ਦਾ ਫਿਕਰ, ਪੋਤਰੇ ਸਕੂਲ ਵੀ ਛੱਡ ਕੇ ਆਉਣੇ ਆ, ਸਕੂਲੋਂ ਘਰ ਵੀ ਲੈ ਕੇ ਆਉਣੇ ਨੇ, ਹੁਣ ਬਿਜਲੀ ਦਾ ਬਿੱਲ ਵੀ ਤਾਰਨਾ, ਉਹ ਵੀ ਘਰ ਦਾ ਮੁਖੀ ਜਾਏਗਾ।
ਬੱਚੇ ਪ੍ਰਦੇਸ਼ ਵਿੱਚ ਬੈਠੇ ਹੋਏ ਨੇ। ਭਾਈ ਸਾਹਿਬ ਕਹਿੰਦੇ ਤੂੰ ਤੇ ਆਖਦਾ ਸੀ ਮੈਂ ਜਾਲ ਵਿੱਚੋਂ ਨਿਕਲ ਜਾਣਾ, ਹੁਣ ਜੰਜਾਲ ਮੈਨੂੰ ਘੇਰੇਗਾ ਨਹੀਂ। ਕਹਿੰਦੇ ਬਿਰਧ ਹੋਵਾ ਜੰਜਾਲ ਵਿੱਚ। ਕਹਿੰਦੇ ਜਿੱਦਣ ਤੂੰ ਬਜ਼ੁਰਗ ਹੋ ਗਿਆ ਸਗੋਂ ਮਹਾਜਾਲ, ਤੂੰ ਤੇ ਬੜੇ ਵੱਡੇ ਜੰਜਾਲ 'ਚ ਫਸ ਗਿਆ। ਕਹਿੰਦੇ ਅੰਨਾ ਬੋਲਾ ਪਿੰਗਲਾ। ਕਹਿੰਦੇ ਇੱਕ ਦਿਨ ਉਹ ਆ ਗਿਆ, ਲੱਤਾਂ ਦੇ ਨਾਲ ਪੈਰ ਤੇ ਹੈਗੇ ਨੇ, ਹੁਣ ਪੈਰ ਚੱਲਦੇ ਨੇ, ਅੱਖਾਂ ਤੇ ਹੈਗੀਆਂ ਨੇ, ਹੁਣ ਦਿਸਦਾ ਕੁਝ ਨਹੀਂ, ਕੰਨ ਤੇ ਹੈਗੇ ਨੇ, ਹੁਣ ਸੁਣਦਾ ਕੁਝ ਨਹੀਂ। ਕਹਿੰਦੇ ਅੰਨਾ ਬੋਲਾ ਪਿੰਗਲਾ। ਪਿੰਗਲ ਦਾ ਅਰਥ ਹੁੰਦਾ ਤੁਰਨਾ, ਪੈਰ ਕਹਿ ਲੋ। ਕਹਿੰਦੇ ਅੰਨਾ ਹੋ ਗਿਆ, ਅੱਖਾਂ ਹੁੰਦਿਆਂ ਵੀ ਅੰਨਾ, ਕੰਨ ਹੁੰਦਿਆਂ ਵੀ ਬੋਲਾ, ਤੇ ਫਿਰ ਪੈਰ ਹੁੰਦਿਆਂ ਵੀ ਮੰਜੀ ਤੋਂ ਇੱਕ ਕਦਮ ਵੀ ਥੱਲੇ ਨਹੀਂ ਚੱਲ ਸਕਦਾ। ਪਰ ਜਿਹੜੀ ਅਖੀਰ ਤੇ ਗੱਲ ਕਹੀ ਨਾ ਭਾਈ ਸਾਹਿਬ ਜੀ ਨੇ, ਕਹਿੰਦੇ ਦੇਖ ਲਓ ਹੁਣ ਅੰਨਾ ਵੀ ਹੋ ਗਿਆ, ਪਿੰਗਲਾ ਵੀ ਹੋ ਗਿਆ, ਤਨ ਥੱਕਾ, ਤਨ ਥੱਕ ਕੇ ਬਚਪਨ ਤੋਂ ਚੱਲਿਆ ਸੀ, ਬੁਢੇਪੇ 'ਚ ਆ ਗਿਆ, ਤਨ ਥੱਕ ਕੇ ਮੰਜੇ ਤੇ ਲੰਮੇ ਪੈ ਗਿਆ। ਪਰ ਕਮਾਲ ਦੀ ਗੱਲ ਹੈ, ਇਹਦਾ ਮਨ ਅਜੇ ਵੀ ਨਹੀਂ ਥੱਕਿਆ, ਮਨ ਨਹੀਂ ਥੱਕਿਆ। ਸਰੀਰ ਬੁੱਢਾ ਹੋ ਜਾਏਗਾ, ਸਰੀਰ ਬਜ਼ੁਰਗ ਹੋ ਜਾਏਗਾ, ਆਤਮਾ ਕਦੀ ਬਜ਼ੁਰਗ ਨਹੀਂ ਹੁੰਦੀ ਹੈ। ਜਿਨ੍ਹਾਂ ਦੀ ਬਜ਼ੁਰਗੀ ਵਿੱਚ ਆਤਮਾ ਚਲੀ ਗਈ, ਉਹ ਬਚਪਨ ਵਿੱਚ ਵੀ ਬਜ਼ੁਰਗੀਆਂ ਵਾਲੀਆਂ ਗੱਲਾਂ ਕਰਦੇ ਸੀ। ਜਿਹੜੇ ਆਤਮਾ ਬਜ਼ੁਰਗ ਨਾ ਹੋਈ, ਸਰੀਰ ਕਰਕੇ ਬਜ਼ੁਰਗ ਹੋ ਕੇ ਉਹ ਅਜੇ ਵੀ ਜਵਾਨਾਂ ਵਾਲੀਆਂ ਗੱਲਾਂ ਕਰਦੇ ਨੇ। ਨਾ ਕਿ ਅਕਲ, ਨਾ ਕਿ ਵਿਸਾਰ, ਨਾ ਕਿ ਵਿਸਾਰ, ਨਾ ਕਿ ਅਸਤ। ਭਾਈ ਨੰਦ ਲਾਲ ਜੀ ਕਹਿੰਦੇ ਕਿਸੇ ਦੇ ਸਰੀਰ ਨੂੰ ਦੇਖ ਕੇ ਕਿ ਆ ਚਿੱਟੇ ਕੇਸ ਹੋ ਗਏ ਨੇ, ਇਹ ਹੁਣ ਸਰੀਰ ਬੁੱਢਾ ਹੋ ਗਿਆ। ਕਹਿੰਦੇ ਇਹ ਤੇ ਅੰਦਾਜ਼ਾ ਲਾਇਆ ਜਾਂਦਾ ਕਿ ਬੰਦਾ ਬੁੱਢਾ ਹੋ ਗਿਆ, ਪਰ ਇਹ ਅੰਦਾਜ਼ਾ ਨਹੀਂ ਲਾਇਆ ਜਾਂਦਾ ਕਿ ਅੰਦਰੋਂ ਵੀ ਸਿਆਣਾ ਹੋਇਆ, ਬੁੱਢਾ ਹੋਇਆ ਕਿ ਨਹੀਂ ਹੋਇਆ। ਤੇ ਜਿਸ ਦਿਨ ਅੰਦਰੋਂ ਸਿਆਣਪ ਆ ਗਈ, ਅੰਦਰ ਦੀ ਗੱਲ ਨੂੰ ਫੜ ਲਿਆ, ਫਿਰ ਗੁਰੂ ਸਾਹਿਬ ਕਹਿੰਦੇ ਫਿਰ ਉਸ ਦਰਗਾਹ ਦੇ ਅੰਦਰ ਕੀ ਹੋਏਗਾ, ਤੇਰੀ ਆਤਮਾ ਨੂੰ ਵਾਸਾ ਮਿਲ ਜਾਏਗਾ, ਆ ਜਨਮ ਤੇ ਮਰਨ ਦਾ ਗੇੜ ਖਤਮ ਹੋ ਜਾਏਗਾ। ਕਿਉਂਕਿ ਮਿੱਟੀ ਦਾ ਮਾਣ ਕਦ ਹੈ, ਮਿੱਟੀ ਫੁੱਲੀ, ਮਿੱਟੀ ਫੁੱਲ ਜਾਂਦੀ ਹੈ ਨਾ, ਘਰ ਵਿੱਚ ਆਉਂਦੀ ਜਦੋਂ ਗੱਡੀ 'ਚ ਬੈਠੀਏ ਨਾ, ਐ ਸੀਟ ਤੇ ਹੱਥ ਰੱਖਿਆ ਹੁੰਦਾ, ਕੋਈ ਛਾਪ ਸੱਲਾ ਸੋਨੇ ਦਾ ਪਾਲੀ ਐ ਲੋਕਾਂ ਨੂੰ ਦੱਸਦੇ ਫਿਰਦਾ। ਚਾਰ ਦਮੜੀਆਂ ਆ ਜਾਣ, ਹੰਕਾਰ ਇੰਨਾ ਹੋ ਜਾਂਦਾ ਬੰਦੇ ਦੇ ਅੰਦਰ, ਇੰਨੀ ਪ੍ਰਬਲ ਵਾਸ਼ਨਾ ਜਨਮ ਲੈ ਲੈਂਦੀ ਹੈ ਤੇ ਆਮ ਬੰਦੇ ਨੂੰ ਬੰਦਾ ਨਹੀਂ ਸਮਝਦਾ। ਬੁੱਲੇ ਸ਼ਾਹ ਲਿਖਦਾ, ਕਹਿੰਦਾ ਮਿੱਟੀ ਫੁੱਲੀ, ਮਿੱਟੀ ਭੁੱਲੀ, ਮਿੱਟੀ ਇਹ ਭੁੱਲੀ ਗਈ, ਤੂੰ ਤੇ ਹੈ ਹੀ ਮਿੱਟੀ ਸੀ। ਕਹਿੰਦੇ ਮਿੱਟੀ ਰੋਈ, ਮਿੱਟੀ ਹੱਸੀ, ਖੇਡ ਖੂਡ ਕੇ ਫਿਰ ਮਿੱਟੀ ਹੋਈ। ਕਹਿੰਦੇ ਬੰਦਾ ਮਿੱਟੀ ਹੰਕਾਰੀ ਹੋ ਜਾਂਦੀ ਹੈ। ਬਾਬਾ ਰਵਿਦਾਸ ਸਾਹਿਬ ਕਹਿੰਦੇ ਆ ਨਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੇ ਬੋਲੇ ਦੌਰਿਓ ਫਿਰਤ ਹੈ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਕਹਿੰਦੇ ਮਿੱਟੀ ਹੰਕਾਰੀ ਸੀ, ਮਿੱਟੀ ਹੱਸਦੀ ਸੀ, ਅੱਜ ਖੁਸ਼ੀ ਮਿਲ ਜੇ ਤੇ ਮਿੱਟੀ ਹੱਸਣ ਲੱਗ ਪੈਂਦੀ ਹੈ। ਆ ਹੱਥ ਦੋਵੇਂ ਤਾਂ ਨੂੰ ਖੜੇ ਕਰਕੇ ਭੰਗੜਾ ਪਾਉਣ ਲੱਗ ਪੈਂਦੀ ਹੈ। ਥੋੜਾ ਜਿਹਾ ਸੈਂਟੀਮੀਟਰ ਥੱਲੇ ਆ ਜਾਓ, ਇਸੇ ਮਿੱਟੀ ਨੂੰ ਦੁੱਖ ਆ ਜੇ ਤੇ ਇਹਨਾਂ ਹੱਥਾਂ ਨੂੰ ਸਰੀਰ ਤੇ ਮਾਰਨਾ ਸ਼ੁਰੂ ਕਰਨ, ਭਾਵ ਪਿੱਟਣਾ ਸ਼ੁਰੂ ਕਰ ਦਿੰਦੀ ਹੈ। ਖੁਸ਼ੀ ਮਿਲ ਜੇ ਨਾ, ਬੰਦੇ ਦੇ ਹੱਥ ਤਾਂ ਨੇ, ਇਸੇ ਮਿੱਟੀ ਨੂੰ ਦੁੱਖ ਮਿਲ ਜੇ ਤੇ ਹੱਥ ਠਾਂ ਆ ਜਾਂਦੇ ਨੇ। ਇਸੇ ਮਿੱਟੀ ਨੂੰ ਕੋਈ ਸੰਸਾਰ ਦੇ ਸੁੱਖ ਮਿਲ ਜਾਣ ਤੇ ਹੰਕਾਰੀ ਹੋ ਜਾਂਦੀ ਹੈ। ਇਸੇ ਮਿੱਟੀ ਕੋਲੋਂ ਰੱਬ ਜਦੋਂ ਕੁਝ ਖੋਹ ਲੈਂਦਾ ਤੇ ਮਿੱਟੀ ਰੋਣਾ ਸ਼ੁਰੂ ਕਰ ਦਿੰਦੀ ਹੈ। ਤੇ ਮਹਾਰਾਜ ਜੀ ਕਹਿੰਦੇ ਫਿਰ ਨਾਨਕ ਢੇਰੀ ਸ਼ਾਰ ਕੀ ਤਾਂ ਪੀ ਫਿਰ ਹੋਈ ਸ਼ਾਰ। ਕਹਿੰਦੇ ਯਾਦ ਰੱਖੀ ਨਾਨਕ, ਤੂੰ ਢੇਰੀ ਤੋਂ ਬਣਾ ਕੇ ਤੈਨੂੰ ਪ੍ਰਮਾਤਮਾ ਨੇ ਢੇਰੀ ਕਰਨਾ ਵੈ, ਕਿਉਂਕਿ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਕਹਿੰਦੇ ਉਹਨੇ ਉਸ ਪ੍ਰਮਾਤਮਾ ਨੇ ਕੋਈ ਮਹੂਰਤ, ਕੋਈ ਸਮਾਂ ਤੈਅ ਨਹੀਂ, ਉਹਨੂੰ ਪਤਾ ਕਿਹੜਾ ਸਮਾਂ ਤੈਅ ਹੈ। ਜਿਸ ਦਿਨ ਆਵਾਜ਼ ਆ ਗਈ ਫਿਰ ਉਹਨੇ ਤੈਨੂੰ ਇਸ ਜਗਤ ਵਿੱਚੋਂ ਲੈ ਤੁਰਨਾ। ਲਸ਼ਕਰ ਸਣੇ ਦਮਾਮਿਆਂ, ਲੱਖਾਂ ਹੀ ਲਸ਼ਕਰ ਨੇ ਸਾਡੇ ਨਾਲ। ਜਦੋਂ ਇਹ ਬਾਦਸ਼ਾਹ ਨਿਕਲਦੇ ਸੀ, ਦੁਨੀਆ ਦੇ ਸਮਰਾਟ ਬਾਦਸ਼ਾਹ, ਇਹਨਾਂ ਦੇ ਨਾਲ ਕਿੰਨੇ ਲਸ਼ਕਰ ਸੀ, ਕਿੰਨਾ ਲਖਤੋਂ ਨਾਲ ਜ਼ਿਕਰ ਸੀ ਇਹਨਾਂ ਦੇ ਨਾਲ। ਮੌਕਸਾ ਤੁੰਗ ਵਰਗੇ ਜਦੋਂ ਘਰੋਂ ਨਿਕਲਦੇ ਸੀ ਤੇ ਹੁਕਮ ਫਰਮਾਨ ਜਾਰੀ ਹੁੰਦਾ ਸੀ ਕਿ ਸਾਡੇ ਘੋੜੇ ਦੇ ਪੈਰ ਧਰਤੀ ਤੇ ਨਹੀਂ ਚੱਲਣੇ ਚਾਹੀਦੇ ਨੇ, ਲਾਸ਼ਾਂ ਦੇ ਉੱਪਰ ਚੱਲਣੇ ਚਾਹੀਦੇ ਨੇ।
हिटलर जर्मन का बादशाह 2.5 करोड़ बंदे नूं मारदा वै। इहदा फरमान जारी सी कि मेरे सामने जेड़ा भी कोई बोल उच्चे करके बोलदा है उहनूं धरती ते मिला के रख दिओ। पर एक दिन इहो जिहा आउंदा है अपने आप नूं गोली मार के आप भी मिट्टी हो जांदा। सतगुरु कहंदे मान कादा नानक ढेरी शार की, कहंदे लश्कर सने दमामिया छुट्टे बंक द्वार, कहंदे लखां ही लश्कर सी उन्हां दे नाल कि सानू मौत नहीं आ सकदी है, सानू कौन मार सकदा वै। पर जिस दिन मौत आई 1 लाख पुत्र 1.25 लाख पोतरा हुंदियां भी रावण नूं लै तुरी। जिस दिन मौत आई जेड़ा बंदा आखदा सी ना दिने मरा ना रात मरा, ना जमीन ते मरा ना आसमान ते मरा, ना किसी बंदे कोलों मरा ना किसी जानवर कोलों मरा, ना अंदर मरा ना बाहर मरा, बचन भी पूरा कीता ते बूहे दियां दलीजां च रख के पट ते टका के हरनाक्ष नूं चेता भी करा दिता। जेड़ी चीज तू कहने ना आवे तेनू ते चेता ही भुल गया, ते हर समय गल विच पई होई है। तू कहना मौत ना आवे ते मौत की सी। तुसी शिवजी महाराज जी की फोटो देखे, मैं तो शिव पुराण पढ़िया, उत्थे तो संपूर्ण दड़ है, संपूर्ण केस है। हुण ते एक जगह मैं देखी सी फोटो, हाथ च उन्हां ने ना वो नशा पीण वाला भी फड़ाया होया। साडा खुद खाण नूं दिल करे ना, मांस खुद खाण नूं दिल करे, पर असीं कहने आ कि आ फलाना देवता ना बली मंगदा है। हुण समझावे कौन, हेरा रोटी कारनी गला कटावे कौन। साडा अपना स्वाद, अपने स्वाद करके असीं शिवजी महाराज नूं भी कह दिता, वो भंग पीण लग पे। अपना स्वाद दिल अपना करदा सी, पर उन्ना चिर आर्डर नहीं पीण दा जिन्ना चिर असीं देवतियां नूं नहीं पिलावांगे। दिल ते अपना करदा है। हुण बकरा खाण नूं दिल अपना करदा, उन्ना चिर खा नहीं सकदे क्योंकि अमरधारी आ, जिन्ना चिर असीं आन जोगी दा डेरा शमशान भूमि विच, इधर तुसी जायो मंडी वाल पठानकोट एरिया, इधर जायो तुसी, तुहानू शिवजी महाराज जी दियां मूर्तियां जिन्नियां भी लभणगियां वो शमशान भूमि च दिसणगियां। बड़ा वड्डा एक सुनिया ते शरीर ते सवा गल विच हड्डियां खोपरियां पाइयां, तुसी देखदे मूर्ति विच बड़ा वड्डा मैसेज। क्योंकि उदों आ साधन नहीं सी। अज असीं अमेरिका तो बोलते हैं, सारी दुनिया सानू देख रही है। आ साधन नहीं सी, उदों समझाउण दा तरीका सी। तरीका की है, गल विच सप दी मल है कि दुनिया दे लोको इस फणीयर नाग दा मुंह अड्डिया होया। बड़ा वड्डा तरीका, मौत दा ज्ञान बड़ा ही वड्डा, बा कमाल दिता। कहंदे देख लो जिस तरह गल विच सप पिया, याद रखियो सारे संसार दे गल विच मौत दा फणीयर नाग पिया होया। ਇਹਦਾ ਮੂੰਹ ਅੱਡਿਆ ਤੇ ਮੇਰਾ ਡੇਰਾ ਕਿੱਥੇ ਹੈ? ਸ਼ਮਸ਼ਾਨ ਵਿੱਚ। ਜਦੋਂ ਇਹਨੇ ਡੰਗ ਮਾਰਿਆ ਤੇ ਘਰ ਵਾਲਿਆਂ ਨੇ ਪਏ ਹੋਏ ਸਰੀਰ ਨੂੰ ਸ਼ਮਸ਼ਾਨ ਲੈ ਕੇ ਆਉਣਾ, ਤੇ ਮੈਂ ਸਰੀਰ ਤੇ ਸਵਾਹ ਮਲ ਕੇ ਬੈਠਾ ਕਿ ਦੁਨੀਆ ਨੂੰ ਗਿਆਨ ਆ ਜੇ ਕਿ ਜਿਸ ਦਿਨ ਸੱਪ ਨੇ ਡੰਗ ਮਾਰਿਆ ਸਰੀਰ ਨੂੰ ਸ਼ਮਸ਼ਾਨ ਲੈ ਕੇ ਆਉਣਾ। ਤੇ ਜਦੋਂ ਸਰੀਰ ਨੂੰ ਸ਼ਮਸ਼ਾਨ ਲੈ ਕੇ ਆਏ, ਇਹਨਾਂ ਘਰ ਵਾਲਿਆਂ ਨੇ ਲੱਕੜਾਂ ਦੇ ਵਿੱਚ ਰੱਖ ਕੇ ਇਹਨੂੰ ਸਾੜ ਕੇ ਸਵਾਹ ਕਰਕੇ ਚਲਿਆ ਜਾ। ਫਿਰ ਗਲ ਵਿੱਚ ਉਹ ਹੱਡੀਆਂ ਪਾਈਆਂ ਹੋਈਆਂ ਨੇ। ਬੜਾ ਵੱਡਾ ਸੁਚੇਤਤਾ। ਪਹਿਲਾਂ ਸਰੀਰ ਕੀ ਸੀ? ਸ਼ਿਵਜੀ ਮਹਾਰਾਜ ਜੀ ਦਾ ਪੂਰਾ। ਗਲ ਵਿੱਚ ਸੱਪ ਹੈ, ਡੇਰਾ ਸ਼ਮਸ਼ਾਨ ਵਿੱਚ ਹੈ, ਗਲ ਵਿੱਚ ਹੱਡੀਆਂ ਪਾਈਆਂ ਹੋਈਆਂ ਨੇ। ਜਿਸ ਦਿਨ ਸਰੀਰ ਸੜ ਕੇ ਸਵਾਹ ਹੋ ਗਿਆ ਤੇ ਇਸ ਸਰੀਰ ਨੇ ਕੇਵਲ ਹੱਡੀਆਂ ਦੀ ਮੁੱਠ ਰਹਿ ਜਾਣਾ। ਹੁਣ ਇਸੇ ਸ਼ਬਦ ਨੂੰ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਲੋਕ ਰੱਖਾਂ, ਗੱਲ ਆਪ ਜੀ ਦੀ ਪਕੜ ਵਿੱਚ ਆ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰੱਖੋ ਚੀਤ। ਕਹਿੰਦੇ ਅੱਜ ਕੱਲ ਕਰਦਿਆਂ ਤੈਨੂੰ ਇਸ ਮੌਤ ਦੇ ਨਾਗ ਨੇ, ਫਨੀਅਰ ਨਾਗ ਨੇ ਤੈਨੂੰ ਡਸ ਲੈਣਾ ਵੈ। क्योंकि मौत कल करके नहीं आएगी, मौत तेरे अगले सवास करके तय है। सवास आया ते जगत देखेगा, सवास ना आया ते तेनू लोकां ने मुर्दा घोषित कर देना। जिउंदियां मोहरां ने गुरमुखो अज नेम प्लेटां बूहियां अगे लवाइयां ने अपने नाम की, जिउंदियां ही सब कुछ है। एक पीढ़ी रखेगी, वो गेट दे अगे नाम
ਜਦੋਂ ਅਗਲੀ ਪੀੜ੍ਹੀ ਆਈ ਨਾ, ਉਹਨਾਂ ਨਾਲ ਹੀ ਗੇਟ ਪੁੱਟਣੇ, ਨਾਲ ਹੀ ਨੇਮ ਪਲੇਟ ਪੁੱਟ ਕੇ ਪਰੇ ਮਾਰਨੇ। ਪਰ ਕਿਤੇ ਬੰਦਗੀ ਕਰ ਲਈ ਨਾ, ਕਿਤੇ ਨਾਮ ਜਪ ਲਿਆ, ਤੇ ਫਿਰ ਯਾਦ ਰੱਖਿਓ ਨੇਮ ਪਲੇਟਾਂ ਦੀ ਲੋੜ ਹੀ ਨਹੀਂ। ਲੋਕਾਂ ਦੇ ਇਸ ਘਰ ਅੰਦਰ ਸਦਾ ਵਾਸਤੇ ਨੇਮ ਪਲੇਟ ਲੱਗ ਜੇਗੀ। ਕਬੀਰ ਸਾਹਿਬ ਦੀ ਨੇਮ ਪਲੇਟ ਅਜੇ ਵੀ ਸਾਰਿਆਂ ਦੇ ਹਿਰਦਿਆਂ ਅੰਦਰ। ਭਗਤ ਰਵਿਦਾਸ ਸਾਹਿਬ ਜੀ ਦਾ ਨਾਮ ਅਜੇ ਵੀ ਸਾਰਿਆਂ ਦੇ ਹਿਰਦੇ ਅੰਦਰ ਹੈ। ਉਹਨਾਂ ਦੇ ਬਾਹਰ ਦਰਵਾਜ਼ਿਆਂ ਤੇ ਲਿਖਾਉਣ ਦੀ ਲੋੜ ਨਹੀਂ ਪਈ। ਉਹਨਾਂ ਬੰਦਗੀ ਕਰ ਲਈ, ਰੱਬ ਨੂੰ ਧਿਆ ਲਿਆ, ਪਰਮਾਤਮਾ ਨੂੰ ਸਮਝ ਲਿਆ, ਤਨ ਨਾਸ ਹੁੰਦਿਆਂ ਦੇਖ ਲਿਆ। ਉਹ ਸਦਾ ਵਾਸਤੇ ਆਪਣੇ ਨਾਮ ਦੀ ਛਾਪ ਸੰਸਾਰ ਦੇ ਹਿਰਦਿਆਂ ਤੇ ਛੱਡ ਗਏ। ਜਿਨ੍ਹਾਂ ਨੇ ਨਾਮ ਕਮਾ ਲਿਆ, ਬਾਬਾ ਮੋਤੀ ਰਾਮ ਨੇ 2 ਗਲਾਸ ਦੁੱਧ ਪਿਲਾਇਆ ਸੀ। ਬਾਹਰੋਂ ਗਰੀਬੀ ਸੀ, ਅੰਦਰਲੀ ਅਮੀਰੀ ਸੀ, ਪਰ ਇਹੋ ਜੀ ਛਾਪ ਛੱਡੀ ਕਿ ਰਹਿੰਦੀ ਦੁਨੀਆ ਤੱਕ ਜਿੱਥੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਏਗਾ, ਉੱਥੇ ਉਹਨਾਂ ਦੇ ਪੁੱਤਰ ਨਰਾਇਣੇ ਨੂੰ ਯਾਦ ਕੀਤਾ ਜਾਏਗਾ। ਜਿੱਥੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਏਗਾ, ਯਾਦ ਰੱਖਿਓ ਉਹਨਾਂ ਦੀ ਮਾਤਾ ਲੱਖੋ ਨੂੰ ਯਾਦ ਕੀਤਾ ਜਾਏਗਾ। ਜਿੱਥੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਤੇ ਮਾਤਾ ਗੁਜਰ ਕੌਰ ਨੂੰ ਯਾਦ ਕੀਤਾ ਜਾਏਗਾ, ਉੱਥੇ ਮੋਤੀ ਰਾਮ ਦੀ ਘਰ ਦੀ ਬੀਬੀ ਭੋਈ, ਬੀਬੀ ਭੋਲੀ ਜੀ ਨੂੰ ਵੀ ਯਾਦ ਕੀਤਾ ਜਾਏਗਾ। ਕੀ ਹੋਇਆ? ਅਸਲ ਨਾਮ ਦੀ ਛਾਪ ਛੱਡ ਲਈ। ਤੇ ਜਿਸ ਦਿਨ ਨਾਮ ਜਪ ਲਿਆ, ਫਿਰ ਗੁਰਮੁਖੋ ਇਸ ਸਰੀਰ ਦੀ ਲੋੜ ਨਹੀਂ ਪਈ। ਨਹੀਂ ਤੇ ਕਿਰਾਏ ਦਾ ਮਕਾਨ ਅੱਜ ਨਹੀਂ ਤੇ ਕੱਲ ਉਹਨੇ ਖਾਲੀ ਕਰਾਉਣਾ ਹੀ ਕਰਾਉਣਾ। ਉਹਨੇ ਇਹ ਮਕਾਨ ਸਾਤੋਂ ਖਾਲੀ ਕਰਾਉਣਾ ਵੈ। ਬਸ ਜਿੰਦਨ ਮਾਣੀ ਕੱਢੀ ਐ ਹੱਡਾਂ ਤੂੰ ਕੜਕਾਏ। ਜਿਸ ਦਿਨ ਜਿੰਦਨ ਮਾੜੀ ਨੂੰ ਕੱਢਣਾ, ਹੱਡੀਆਂ ਨੇ ਟੁੱਟਣਾ ਸ਼ੁਰੂ ਹੋ ਜਾਣਾ। ਕੀ ਹਾਲਤ ਹੋਣੀ? ਹੱਥ ਮਰੋੜੇ, ਤਨ ਕੱਪੇ, ਸਿਆਓ ਹੋਵਾ ਸੇਤ। ਹੱਥਾਂ ਨੇ ਮਰੋੜੇ ਜਾਣਾ ਵੈ। ਜਨਮ ਲੈਂਦਾ ਬੱਚਾ ਤੇ ਮੁੱਠੀਆਂ ਬੰਨ੍ਹਣੇ। ਮੁੱਠੀਆਂ ਮਾਂ ਖੋਲਦੀ, ਪਿਓ ਖੋਲਦਾ। ਜਿਸ ਦਿਨ ਮੁੱਠੀਆਂ ਖੁੱਲਣ ਲੱਗ ਪੈਂਦੀਆਂ, ਫਿਰ ਭਰਾ ਦੀ ਵੀ ਜਾਇਦਾਦ ਮੇਰੀ, ਸਭ ਕੁਝ ਮੇਰਾ ਹੀ ਮੇਰਾ ਵੈ। ਕਮਾਲ ਦੀ ਗੱਲ ਹੈ, ਜਿਸ ਦਿਨ ਜਗਤ ਤੋਂ ਜਾਂਦਾ ਮੁੱਠੀਆਂ ਫਿਰ ਬੰਨ੍ਹਣੇ। ਜਿੱਦਣ ਜਨਮ ਹੁੰਦਾ ਹੈ ਨਾ ਬੱਚੇ ਦਾ, ਉਹ ਮੁੱਠੀਆਂ ਬੰਦ ਹੁੰਦੀਆਂ, ਖੋਲਦੇ ਨੇ ਸਾਰੇ। ਮੁੱਠੀਆਂ ਵਿੱਚ ਹੈ ਹੀ ਕੁਝ ਨਹੀਂ, ਪਰ ਜਦੋਂ ਮੁੱਠੀਆਂ ਖੁੱਲਦੀਆਂ ਨੇ, ਫਿਰ ਸਭ ਕੁਝ ਮੇਰਾ। ਲੱਖਾਂ ਅਰਬਾਂ ਖਰਬਾਂ ਦਾ ਬੰਦਾ ਮਾਲਕ ਬਣ ਜਾਂਦਾ ਹੈ, ਤੇ ਜਦੋਂ ਜਗਤ ਤੋਂ ਜਾਂਦਾ ਮੁੱਠੀਆਂ ਫਿਰ ਬੰਦ ਨੇ। ਦੇਖੋ, ਸਰੀਰ ਤੋਂ ਹੀ ਸਮਝਾ ਦਿੱਤਾ ਨਾ ਗੁਰੂ ਸਾਹਿਬ ਨੇ, ਪਰਮਾਤਮਾ ਨੇ ਸਰੀਰ ਪੈਦਾ ਕਰਕੇ ਸਰੀਰ ਤੋਂ ਗਿਆਨ ਕਰਾ ਦਿੱਤਾ ਕਿ ਜਿੱਦਣ ਜਨਮ ਸੀ ਉਦਣ ਵੀ ਖਾਲੀ ਸੀ। ਜਿੱਦਣ ਖੁੱਲ ਗਈਆਂ ਮੁੱਠੀਆਂ ਭਰ ਲੀਆਂ, ਤਜੋਰੀਆਂ ਭਰ ਲੀਆਂ। ਦੇਖ ਲੈ ਹੁਣ ਦੁਨੀਆ ਤੋਂ ਚੱਲੇ, ਤੇਰੀਆਂ ਮੁੱਠੀਆਂ ਫਿਰ ਖਾਲੀ ਤੇ ਫਿਰ ਬੰਦ। ਫਿਰ ਮਾਣ ਕਾਹਦਾ ਸਰੀਰ ਦਾ ਕਰਨਾ ਹੈ ਗੁਰੂ? ਇਸ ਕਾਇਆ ਦਾ ਕੋਈ ਮਾਣ ਨਹੀਂ। ਤੇ ਸਤਿਗੁਰੂ ਕਹਿੰਦੇ 10 ਬਾਲ ਤਨ 20 ਰਵਨ, ਤੀਸਾ ਕਾ ਸੁੰਦਰ ਕਹਾਵੇ। 40 ਸੀਪਰ ਹੋਏ 85, 60 ਕੇ ਵਡੇਪਾ ਆਵੇ। ਪੱਪੇ ਨੂੰ ਥੋੜਾ ਰੋਕ ਕੇ ਇਹਦਾ ਉਚਾਰਨ ਕਰਨਾ। ਹੁਣ ਸਮਾਂ ਥੋੜਾ, ਮੈਂ ਵਿਆਕਰਨ ਨਹੀਂ ਦੱਸ ਸਕਿਆ। ਜਦੋਂ ਗੁਰਬਾਣੀ ਪੜ੍ਹਨੀ, ਉਹਦੇ ਤੁਸੀਂ ਵੱਖੋ ਵੱਖਰੀਆਂ ਜਮਕੀਆਂ ਵਿਸ਼ਰਾਮ ਕਰੀ ਜਾਇਓ, ਅਰਥ ਆਪਣੇ ਆਪ ਹੀ ਬਣਦੇ ਜਾਣਗੇ। 40 ਸੀ ਪੁਰ ਹੋਏ 50, ਜਮਕੀ ਦੇਣੀ ਸੀ ਵੱਖਰਾ ਕਰ ਦੇਣਾ, ਕਿਉਂਕਿ 40 ਤੋਂ ਬਾਅਦ 85 ਨਹੀਂ ਆਉਂਦਾ, 40 ਤੋਂ ਬਾਅਦ 50 ਆਉਂਦਾ ਵੈ। ਇਸ ਕਰਕੇ 50 ਕਰ ਦੋ, ਸੀ ਜਮਕੀ ਦੇ ਕੇ ਤੋੜ ਦੋ ਪਰੇ। ਕਹਿੰਦੇ ਫਿਰ 60 ਕੇ ਵਡੇਪਾ ਆਵੇ। 70 ਕਾ ਮਤਹੀਨ ਹੈ, 80 ਕਾ ਵਿਵਹਾਰ ਨਾ ਪਾਵੇ। ਨਾਵੇਂ ਕਾ ਸਹਿਜਾਨ ਸੀ ਮੂਲ ਨਾ ਜਾਣੇ ਆਪ ਬਲ। ਢੰਡੋਲਮ ਡੂਠਮ ਡਿਠ ਮੈਂ, ਨਾਨਕ ਜਗ ਧੂਵੇਂ ਕਾ ਤਵਲ। ਸਾਡੇ ਸਰੀਰ ਦੀ ਆ ਹਾਲਤ ਹੈ ਬਸ। ਤੇ ਸਤਿਗੁਰੂ ਜੀ ਕਹਿੰਦੇ ਫਿਰ ਨਾਨਕ ਢੇਰੀ ਛਾਰ ਕੀ, ਤਾਂ ਫਿਰ ਹੋਈ ਛਾਰ। ਇਸ ਕਰਕੇ ਮਿੱਟੀ ਤੋਂ ਬਣਾ ਕੇ ਪ੍ਰਮਾਤਮਾ ਇਸ ਕਾਇਆ ਨੂੰ ਫਿਰ ਮਿੱਟੀ ਵਿੱਚ ਲੈ ਜਾਂਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਧਿਆਨ ਕਰਨਾ, ਉਸ ਪ੍ਰਮਾਤਮਾ ਦੀ ਬੰਦਗੀ ਕਰਨੀ। ਅੱਜ ਵਿਛੜੀ ਜੀਵ ਆਤਮਾ ਭਾਈ ਸਾਹਿਬ ਜੀ ਦੇ ਨਿਮਿਤ ਤੁਸੀਂ ਸਾਰੀਆਂ ਸੰਗਤਾਂ ਬੈਠੇ ਕਰਨ ਸਤਿਗੁਰੂ ਜੀ ਰਹਿਮਤ। ਜਿੰਨਾ ਸਮਾਂ ਸੀ 1 ਵਜੇ ਤੱਕ 1 ਵੱਜ ਚੁੱਕਾ ਹੈ। ਸੋ ਕੀਰਤਨ ਕਰਦੇ ਆਂ, ਕੁਝ ਸਮਾਂ ਵਿਚਾਰਾਂ ਕਰਦੇ ਆਂ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਕਰੇ, ਕਿਉਂਕਿ ਜਾਣਾ ਤੇ ਸਾਰਿਆਂ ਨਹੀਂ ਹੈ ਗੁਰਮੁਖੋ, ਇਹ ਤੇ ਪੱਕਾ ਹੀ ਹੈ। ਇੱਥੇ ਤਵਾਰੀ ਅਨੁਸਾਰ ਚਲੇ ਹੀ ਜਾਣਾ। ਆਵਾਜ਼ ਉਹਦੇ ਘਰੋਂ ਆਉਂਦੀ ਪਈ ਹੈ, ਚਲੋ ਸਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾਇਆ। ਫਰਮਾਨ ਤੇ ਸਾਰਿਆਂ ਤੇ ਲਾਗੂ ਹੈ, ਇੱਕ ਤੇ ਹੈ ਨਹੀਂ, ਸਾਰਿਆਂ ਤੇ ਲਾਗੂ ਹੈ। ਕਿਉਂ ਨਾ ਹੋਵੇ ਕਿ ਉਹਦੇ ਫਰਮਾਨ ਆਉਣ ਤੋਂ ਪਹਿਲਾਂ ਪਹਿਲਾਂ ਪ੍ਰਮਾਤਮਾ ਦੀ ਬੰਦਗੀ ਕਰ ਲਈ, ਪ੍ਰਮਾਤਮਾ ਦਾ ਧਿਆਨ ਕਰ ਲਈ, ਪ੍ਰਮਾਤਮਾ ਦਾ ਸਿਮਰਨ ਕਰ ਲਈ।
परमात्मा दे वल चल पईए, परमात्मा नूं महसूस कर लीए, ਉਹਦੀ ਸਮਝ ਵਿੱਚ ਤੁਰ ਪਈਏ। ਤੇ ਜਦੋਂ ਪਰਮਾਤਮਾ ਦੀ ਸਮਝ ਵਿੱਚ ਚੱਲ ਪਏ ਫਿਰ ਇਹ ਜੀਵਨ ਦੇ ਅੰਦਰ ਪਰਮ ਆਤਮਾ ਦੇ ਨਾਲ ਆਤਮਾ ਦਾ ਮੇਲ ਹੋ ਜਾਵੇਗਾ। ਬਾਕੀ ਸਭ ਮੁਸਾਫਰ ਆ ਦੁਨੀਆ ਤੇ, ਅੱਜ ਕੱਲ ਕਰਦੇ ਆ ਉਸ ਮਾਲਕ ਨੇ ਲੈ ਤੁਰਨਾ ਗੁਰਮੁਖੋ। ਕਰਨ ਮੇਰੇ ਸਤਿਗੁਰੂ ਜੀ ਕਿਰਪਾ, ਮਹਿਰਮਤ ਕਰਨ ਜਿੰਨਾ ਸਮਾਂ ਸਤਿਗੁਰੂ ਨੇ ਆਪਣੀ ਗੋਦ 'ਚ ਬਿਠਾਇਆ। ਕਿਉਂਕਿ ਜਾਣ ਦਾ ਦੁੱਖ ਤੇ ਬੜਾ ਹੁੰਦਾ ਜੀਵ ਦਾ, ਪਰ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਚਹ ਜੈ ਰੱਖੇ ਆਪ ਤਹ ਜਾਏ ਖੜੋਵਣਾ। ਹੁਕਮ ਫਿਰ ਮਾਲਕ ਦਾ ਹੈ, ਹੁਕਮ ਉਹਦਾ ਹੀ ਮੰਨਣਾ ਪੈਣਾ। ਕਿਉਂਕਿ ਵਾਰੀ ਇਦਾਂ ਦੀ ਹੈ, ਇੱਥੇ ਵਾਰੀ ਇਹ ਨਹੀਂ ਕਿ ਪਹਿਲਾਂ ਬਾਬਾ ਜਾਏਗਾ, ਦਾਦਾ ਜਾਏਗਾ, ਪੁੱਤਰ ਜਾਏਗਾ, ਫਿਰ ਪੋਤਰਾ ਜਾਏਗਾ। ਨਹੀਂ, ਇਹ ਵਾਰੀ ਇਦਾਂ ਦੀ ਨਹੀਂ। ਇਹ ਵਾਰੀ ਇਦਾਂ ਦੀ ਹੈ ਕਿ ਦਾਦਾ ਜੇ ਮੰਜੇ ਤੇ ਹੁੰਦਾ ਹੈ ਤੇ ਪੋਤੇ ਦੀ ਅਰਥੀ ਜਾਂਦਿਆਂ ਦੇਖਦਾ ਹੈ। ਇਹ ਵਾਰੀ ਇਦਾਂ ਦੀ ਹੈ, ਰਾਣਾ ਰਾਓ ਨ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸੀਸ ਮਹਲ ਚੱਲਿਆ। ਕੋਈ ਰੌਣਕ ਬਣ ਗਿਆ ਜਗਤ ਦੀ, ਉਹਦਾ ਨਾਮ ਰਹਿ ਗਿਆ। ਕੋਈ ਵੱਡੇ ਵੱਡੇ ਮਹੱਲ ਛੱਡ ਕੇ ਜਾਣ ਲੱਗ ਪਿਆ। ਗੁਲਾਮ ਫਰੀਦ ਜੀ ਕਹਿੰਦੇ ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸੀਸ ਮਹਲ ਚੱਲਿਆ। ਕੋਈ ਪਲਦਾ ਨਾਜ ਤੇ ਨਖਰਿਆਂ ਨਾਲ, ਕੋਈ ਗਰਮ ਰੇਤ ਦੇ ਥਲ ਚੱਲਿਆ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਮਕਸਦ ਕਰਕੇ ਹਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ ਨੀ, ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ। ਹੈ ਮੁਸਾਫਰੀਆਂ ਸਾਰੇ। ਜਿੰਨੀਆਂ ਮਰਜ਼ੀ ਬੰਦਨਾ ਬਣ ਕੇ ਬੈਠ ਜਾਈਏ, ਉਹਨੇ ਖਾਲੀ ਕਰਾਉਣ ਵਾਲੇ ਨੇ ਸਭ ਕੁਝ ਖਾਲੀ ਕਰਾ ਕੇ ਹੀ ਲੈ ਤੁਰਨਾ ਹੈ। ਪਰ ਹੁਕਮ ਮਾਲਕ ਦਾ, ਗੁਰੂ ਸਾਹਿਬ ਕਿਰਪਾ ਕਰਨ, ਵਿਛੜੀ ਜੀਵਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਰਹਿਮਤ ਕਰਨ ਸਤਿਗੁਰੂ ਸੱਚੇ ਪਾਤਸ਼ਾਹ। ਜਿੰਨਾ ਸਮਾਂ ਅਸੀਂ ਬੈਠੇ ਆ, ਬੜੇ ਪਿਆਰ ਨਾਲ ਤੁਸੀਂ ਸਰਵਣ ਕੀਤਾ ਹੈ। ਮੈਂ ਦੇਖ ਰਿਹਾ ਸੀ ਬਾਹਰ ਵੀ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਬੈਠੀਆਂ ਨੇ, ਉਹਨਾਂ ਦਾ ਧਿਆਨ ਸੁਣਨ ਵੱਲ ਸੀ। ਦੇਖੋ ਇਹੋ ਹੀ ਲਾਹਾ ਹੁੰਦਾ ਜ਼ਿੰਦਗੀ ਦਾ। ਤੁਸੀਂ ਰੋਜ਼ ਪੜ੍ਹਦੇ ਜੇ ਨਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜੇ ਅਸੀਂ ਸੁਣਾਂਗੇ ਨਹੀਂ ਤੇ ਫਿਰ ਦੁੱਖਾਂ ਦਾ ਨਾਸ ਨਹੀਂ ਹੋਣਾ, ਸੁਣਨਾ ਪੈਣਾ। ਜਦੋਂ ਅਸੀਂ ਸੁਣਾਂਗੇ ਫਿਰ ਆਤਮਾ ਜਿਹੜੀ ਹੈ ਉਹ ਪ੍ਰਫੁੱਲਤ ਹੋਣੀ ਸ਼ੁਰੂ ਹੋ ਜਾਵੇਗੀ, ਉਹਦੇ ਤੇ ਰੰਗ ਚੜ੍ਹਨਾ ਸ਼ੁਰੂ ਹੋ ਜਾਵੇਗਾ। ਰੰਗ ਲਾਗਤ ਲਾਗਤ ਲਾਗਤ, ਉਹ ਫਿਰ ਰੰਗ ਲੱਗਦਿਆਂ ਲੱਗਦਿਆਂ ਲੱਗ ਹੀ ਜਾਂਦਾ ਹੈ। ਫਿਰ ਸੁਣਨ ਦਾ ਸੁਭਾਅ ਬਣ ਜਾਂਦਾ ਹੈ। ਸੁਣਿਆ ਤੁਸੀਂ ਪਿਆਰ ਦੇ ਨਾਲ। ਕਰਨ ਮੇਰੇ ਸਤਿਗੁਰੂ ਰਹਿਮਤ, ਖਿਮਾ ਭੁੱਲ